ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕਾਂਗਰਸ ਤੋਂ ਪਹਿਲਾਂ ਭਾਜਪਾ ਨੇ ਆਪਣੀ 43 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਕਿਉਂਕਿ 27 ਅਕਤੂਬਰ ਨੂੰ ਸੂਬੇ ਦੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਨੂੰ ਹੈ। ਸੋ ਜ਼ਾਹਿਰ ਤੌਰ ਤੇ ਇਸ ਤੋਂ ਪਹਿਲਾਂ ਚੋਣਾਂ ਦਾ ਹੋਣਾ ਲਾਜ਼ਮੀ ਹੈ। ਸੋ ਆਇਆ ਰਾਮ ਗਿਆ ਰਾਮ ਵਾਲੀ ਚੋਣ ਸਰਗਰਮੀਆਂ ਦੇ ਆਧਾਰ ਤੇ ਸਾਡੀ ਅੱਜ ਦੀ ਖਾਸ ਪੇਸ਼ਕਸ਼ ਪਖਿਆ ਚੋਣ ਦੰਗਲ। ਹਾਲਾਂਕਿ ਸੂਬੇ ਵਿੱਚ ਇਨੈਲੋ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਰਹੀ, ਲੇਕਿਨ ਹੁਣ ਭਾਜਪਾ ਨੇ ਵੀ ਕਾਂਗਰਸ ਨੂੰ ਪਛਾੜਦਿਆਂ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਖਾਸ ਗੱਲ ਇਹ ਕਿ ਭਾਜਪਾ ਨੇ ਜਿੱਥੇ ਆਪਣੀ ਸੂਚੀ ਦੇ ਵਿੱਚ ਮਹਿਲਾਵਾਂ ਨੂੰ ਥਾਂ ਦਿੱਤੀ ਹੈ ਤਾਂ ਦਲ ਬਦਲੂਆਂ ਤੇ ਵੀ ਵੱਡਾ ਦਾਅਵ ਖੇਡਿਆ ਹੈ। ਦਲ ਬਦਲੂਆਂ ਤੇ ਵੱਡਾ ਦਾਅਵ ਖੇਡਦਿਆਂ ਹੋਇਆਂ ਭਾਜਪਾ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ 43 ਨਾਵਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਲਿਸਟ ਦੇ ਵਿੱਚ ਤਕਰੀਬਨ 9 ਦਲ ਬਦਲੂ, 7 ਮਹਿਲਾਵਾਂ, 11 ਨੌਜਵਾਨ ਚਿਹਰੇ ਤੇ ਮੌਜੂਦਾ ਵਿਧਾਇਕਾਂ ਕਵਿਤਾ ਜੈਨ, ਅਨਿਲ ਵਿਜ ਤੇ ਘਨਸ਼ਿਆਮ ਸਰਾਫ ਦੇ ਨਾਮ ਵੀ ਸ਼ਾਮਿਲ ਨੇ। ਕਾਂਗਰਸ ਦੇ ਸਾਬਕਾ ਰਾਜ ਸਭਾ ਸਾਂਸਦ ਵਿਰੇਂਦਰ ਸਿੰਘ ਦੀ ਪਤਨੀ ਪ੍ਰੇਮਲਤਾ ਨੂੰ ਉਚਾਨਾ ਕਲਾਂ ਤੋਂ ਟਿਕਟ ਮਿਲਿਆ। ਪ੍ਰੇਮਲਤਾ AICC ਦੀ ਮੈਂਬਰ ਸਨ। ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਭੈਣ ਵੰਦਨਾ ਸ਼ਰਮਾ ਦਾ ਨਾਮ ਪਹਿਲੀ ਸੂਚੀ ਵਿੱਚ ਨਹੀਂ ਹੈ, ਜਦਕਿ ਉਹ ਸਫੀਦਾ ਤੋਂ ਚੋਣ ਲੜਨ ਦੀ ਚਾਹਵਾਨ ਸੀ। ਹਿਸਾਰ ਤੋਂ ਟਿਕਟ ਦੇ ਚਾਹਵਾਨ ਜ਼ੀ ਮੀਡੀਆ ਗਰੁੱਪ ਦੇ ਚੇਅਰਮੈਨ ਸੁਭਾਸ਼ ਚੰਦਰਾ ਨੂੰ ਵੀ ਝਟਕਾ ਲੱਗਿਆ। ਹਿਸਾਰ ਤੋਂ ਕਮਲ ਗੁਪਤਾ ਨੂੰ ਮੈਦਾਨ ਤੋਂ ਉਤਾਰਿਆ ਗਿਆ। ਬਾਹਰੀ ਉਮੀਦਵਾਰ ਹੋਣ ਦਾ ਵਿਰੋਧ ਚੱਲ ਰਹੇ ਮਨੋਹਰ ਲਾਲ ਖੱਟਰ ਕਰਨਾਲ ਤੋਂ ਹੀ ਚੋਣ ਮੈਦਾਨ ਦੇ ਵਿੱਚ ਉਤਰਨਗੇ। ਦਿੱਲੀ ਵਿੱਚ ਭਾਜਪਾ ਸੰਸਦੀ ਬੋਰਡ ਦੀ ਬੈਠਕ ਤੋਂ ਬਾਅਦ ਇਹ ਸੂਚੀ ਜਾਰੀ ਕੀਤੀ ਗਈ। ਇਸ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕੌਮੀ ਮਹਾਸਚਿਵ JP ਨੱਡਾ ਨੂੰ ਕੇਂਦਰੀ ਚੁਣਾਵ ਸਮਿਤੀ ਦਾ ਸਚਿਵ ਨਿਯੁਕਤ ਕੀਤਾ ਹੈ। ਨੱਡਾ ਨੇ ਅਨੰਤ ਕੁਮਾਰ ਦੀ ਥਾਂ ਆਪਣੀ ਜ਼ਿੰਮੇਵਾਰੀ ਲਈ ਹੈ। ਨੱਡਾ ਨੂੰ ਹਾਲ ਹੀ ਵਿੱਚ ਭਾਜਪਾ ਸੰਸਦੀ ਬੋਰਡ ਦੇ ਵਿੱਚ ਸ਼ਾਮਿਲ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਉਹ ਜਲਦ ਹੀ ਸੰਸਦੀ ਬੋਰਡ ਦੇ ਸਚਿਵ ਦੀ ਜ਼ਿੰਮੇਵਾਰੀ ਲੈ ਸਕਦੇ ਨੇ। 43 ਲੋਕਾਂ ਦੀ ਸੂਚੀ ਵਿੱਚੋਂ 9 ਅਜਿਹੇ ਨੇ ਜਿਨ੍ਹਾਂ ਨੇ ਹਾਲ ਹੀ ਵਿੱਚ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਪਹਿਲੀ ਲਿਸਟ ਵਿੱਚ ਗੁੜਗਾਉਂ ਤੋਂ ਸਾਂਸਦ ਤੇ ਕੇਂਦਰੀ ਮੰਤਰੀ ਰਾਓ ਇੰਦਰਜੀਤ ਆਪਣੇ ਸਮਰਥਕਾਂ ਨੂੰ ਕੋਈ ਖਾਸ ਟਿਕਟ ਨਹੀਂ ਦਿਵਾ ਸਕੇ। ਪਾਰਟੀ ਨੇ ਇੰਦਰਜੀਤ ਸਮਰਥਕਾਂ ਦੀ ਬਜਾਏ ਆਪਣੇ ਪੁਰਾਣੇ ਚਿਹਰਿਆਂ ਤੇ ਵਧੇਰੇ ਭਰੋਸਾ ਜਤਾਇਆ ਹੈ। ਉਮੀਦਵਾਰ ਚੁਣਨ ਦੀ ਪ੍ਰਕਿਰਿਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਪ੍ਰਧਾਨ ਅਮਿਤ ਸ਼ਾਹ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਚੋਣ ਪ੍ਰਭਾਰੀ ਕੈਲਾਸ਼ ਵਿਜੇਵਰਗੀਏ, ਹਰਿਆਣਾ ਪ੍ਰਦੇਸ਼ ਅਧਿਕਸ਼ ਰਾਮ ਵਿਲਾਸ ਸ਼ਰਮਾ, ਪ੍ਰਦੇਸ਼ ਮਾਮਲਿਆਂ ਦੇ ਪ੍ਰਭਾਰੀ ਜਗਦੀਸ਼ ਮੁਖੀ ਸਮੇਤ ਦਰਜਨ ਭਰ ਨੇਤਾ ਸ਼ਾਮਿਲ ਸਨ। ਪਾਰਟੀ ਨੇ ਆਪਣੀ ਪਹਿਲੀ ਸੂਚੀ ਵਿੱਚ ਦੂਜੇ ਦਲਾਂ ਤੋਂ ਆਏ 9 ਨੇਤਾਵਾਂ ਤੇ ਭਰੋਸਾ ਜਤਾਇਆ, ਜਿਸ ਵਿੱਚ ਸਾਡੌਰਾ ਤੋਂ ਇਨੈਲੋ ਛੱਡ ਕੇ ਆਏ ਬਲਵੰਤ ਸਿੰਘ, ਇਸਰਾਨਾ ਤੋਂ ਇਨੈਲੋ ਛੱਡ ਕੇ ਆਏ ਕ੍ਰਿਸ਼ਨਪਾਲ ਪਵਾਰ, ਰਾਏ ਤੋਂ ਕ੍ਰਿਸ਼ਨ ਗਹਿਲਾਵਤ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਏ ਵਿਰੇਂਦਰ ਸਿੰਘ ਦੀ ਪਤਨੀ ਪ੍ਰੇਮਲਤਾ ਸਿੰਘ ਨੂੰ ਉਚਾਨਾ ਤੋਂ ਟਿਕਟ ਮਿਲੀ ਹੈ, ਜਦਕਿ ਕਾਂਗਰਸ ਛੱਡ ਕੇ ਆਏ ਸਾਬਕਾ ਮੰਤਰੀ ਲਕਸ਼ਮਣ ਦਾਸ ਅਰੋੜਾ ਦੀ ਬੇਟੀ ਸੁਨੀਤਾ ਸੇਤੀਆ ਨੂੰ ਸਿਰਸਾ ਤੋਂ, ਕਾਂਗਰਸ ਤੋਂ ਆਏ ਪ੍ਰੋਫੈਸਰ ਛਤਰਪਾਲ ਸਿੰਘ ਨੂੰ ਹਾਂਸੀ ਤੋਂ, ਇਨੈਲੋ ਤੋਂ ਆਏ ਸ਼ਮਸ਼ੇਰ ਖਰਕੜਾ ਨੂੰ ਮਹਿਮ ਤੋਂ ਤੇ ਹਰਸ਼ ਕੁਮਾਰ ਨੂੰ ਹਥੀਨ ਤੋਂ ਟਿਕਟ ਦਿੱਤਾ ਗਿਆ। ਇਨੈਲੋ ਤੋਂ ਟਿਕਟ ਨਾ ਮਿਲਣ ਤੇ ਭਾਜਪਾ ਵਿੱਚ ਸ਼ਾਮਿਲ ਹੋਏ ਗੋਲਾ ਦੇ ਵਿਧਾਇਕ ਫੂਲ ਸਿੰਘ ਖੇੜੀ ਨੂੰ ਟਿਕਟ ਨਹੀਂ ਮਿਲਿਆ। ਭਾਜਪਾ ਨੇ ਉਹਨਾਂ ਦੀ ਥਾਂ ਗੋਲਾ ਤੋਂ ਕੁਲਵੰਤ ਬਾਜ਼ੀਗਰ ਨੂੰ ਮੈਦਾਨ ਵਿੱਚ ਉਤਾਰਿਆ। ਦੂਜੇ ਪਾਸੇ ਇਸਰਾਨਾ ਤੋਂ ਇਨੈਲੋ ਦਾ ਟਿਕਟ ਨਾ ਮਿਲਣ ਤੇ ਭਾਜਪਾ ਦਾ ਹੱਥ ਫੜਨ ਵਾਲੇ ਕ੍ਰਿਸ਼ਨਪਾਲ ਪਵਾਰ ਤੇ ਪਾਰਟੀ ਨੇ ਆਪਣਾ ਭਰੋਸਾ ਜਤਾਉਂਦਿਆਂ ਹੋਇਆਂ ਉਹਨਾਂ ਨੂੰ ਐਸੀ ਸੀਟ ਤੋਂ ਚੋਣ ਮੈਦਾਨ ਤੋਂ ਉਤਾਰਿਆ। ਭਾਜਪਾ ਦੀ ਪਹਿਲੀ ਸੂਚੀ ਦੇ ਵਿੱਚ 7 ਔਰਤਾਂ ਨੂੰ ਵੀ ਟਿਕਟ ਦਿੱਤੀ ਗਈ ਹੈ। ਮਹਿਲਾ ਸਸ਼ਕਤੀਕਰਨ ਦਾ ਮੁੱਦਾ ਚੁੱਕ ਕੇ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਮਹਿਲਾਵਾਂ ਦੇ ਚੰਗੇ ਖਾਸੇ ਵੋਟ ਬਟੋਰਨ ਵਾਲੀ ਪਾਰਟੀ ਹੁਣ ਸੂਬੇ ਦੀ ਵਿਧਾਨ ਸਭਾ ਚੋਣਾਂ ਵਿੱਚ ਵੀ ਨਈਆਂ ਪਾਰ ਕਰਵਾਉਣ ਦੇ ਲਈ ਅੱਧੀ ਆਬਾਦੀ ਮਹਿਲਾਵਾਂ ਨੂੰ ਜੋੜਨ ਦੀ ਕਿਆਸਬਾਜ਼ੀ ਦੇ ਵਿੱਚ ਲੱਗ ਗਈ ਹੈ। ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਖੁੱਲੀ ਮੁਖਾਲਫਤ ਕਰਕੇ ਕਾਂਗਰਸ ਛੱਡਣ ਵਾਲੇ ਦਿੱਗਜ ਜਾਟ ਨੇਤਾ ਵਰਿੰਦਰ ਸਿੰਘ ਡੂਮਰ ਖਾਂ ਆਪਣੇ ਪਰੰਪਰਾਗਤ ਸੀਟ ਉਚਾਨਾ ਤੋਂ ਪਤਨੀ ਪ੍ਰੇਮਲਤਾ ਨੂੰ ਟਿਕਟ ਦਿਵਾਉਣ ਦੇ ਵਿੱਚ ਕਾਮਯਾਬ ਰਹੇ ਨੇ। ਅਖਿਲ ਭਾਰਤੀ ਕਾਂਗਰਸ ਕਮੇਟੀ ਦੀ ਮੈਂਬਰ ਰਹਿ ਚੁੱਕੀ ਪ੍ਰੇਮਲਤਾ ਨੇ ਜੀਂਦ ਵਿੱਚ ਹੋਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਲਈ ਸੀ। ਉਸ ਵੇਲੇ ਵਰਿੰਦਰ ਸਿੰਘ ਖੁਦ ਵੀ ਸ਼ਾਹ ਦੇ ਨਾਲ ਮੰਚ ਤੇ ਮੌਜੂਦ ਸਨ। ਦੱਸ ਦਈਏ ਕਿ ਸਾਲ 2009 ਦੀ ਵਿਧਾਨ ਸਭਾ ਚੋਣਾਂ ਦੌਰਾਨ ਵਰਿੰਦਰ ਸਿੰਘ ਉਚਾਨਾ ਸੀਟ ਤੋਂ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਦੇ ਹੱਥੋਂ 621 ਵੋਟਾਂ ਤੋਂ ਹਾਰ ਗਏ ਸਨ। ਸੋ ਭਾਜਪਾ ਇਸ ਵਾਰ ਖਾਸ ਵਿਉਂਤਬੰਦੀ ਬਣਾ ਕੇ ਚੋਣ ਮੈਦਾਨ ਦੇ ਵਿੱਚ ਉਤਰੀ ਹੈ। ਇੱਕ ਪਾਸੇ ਟਿਕਟਾਂ ਦੀ ਵੰਡ ਤੇ ਸਹਿਮਤੀ ਨਾ ਬਣਨ ਕਾਰਨ ਇਸਨੇ ਆਪਣਾ ਗਠਬੰਧਨ ਹਚਕਾ ਤੋਂ ਤੋੜ ਲਿਆ, ਤਾਂ ਦੂਜੀ ਤਰਫ ਦਲ ਬਦਲੂਆਂ ਤੇ ਇੱਕ ਨਵਾਂ ਦਾਅਵ ਖੇਡ ਕੇ ਜਨਤਾ ਸਾਹਮਣੇ ਇੱਕ ਨਵਾਂ ਵਿਕਲਪ ਦੇਣ ਦੀ ਜੁਗਤ ਵੀ ਬਣਾ ਲਈ। ਭਾਜਪਾ ਤੇ ਹਜਕਾ ਦੀਆਂ ਰਾਹਾਂ ਜੁਦਾ ਹੋ ਗਈਆਂ। ਭਾਜਪਾ ਲੋਕ ਸਭਾ ਚੋਣਾਂ ਵਿੱਚ ਮਿਲੀ ਜਿੱਤ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਵੱਧ ਸ਼ੇਅਰ ਚਾਹੁੰਦੀ ਸੀ, ਜੋ ਹਜਕਾ ਨੂੰ ਮਨਜ਼ੂਰ ਨਹੀਂ ਹੋਇਆ। ਨਤੀਜੇ ਵਜੋਂ ਪੁਰਾਣੇ ਸਾਥੀ ਜੁਦਾ ਹੋ ਗਏ। ਇੱਕ ਦੂਜੇ ਤੋਂ ਵੱਖ ਹੋਈਆਂ ਇਹਨਾਂ ਪਾਰਟੀਆਂ ਦੇ ਅਲਗਾਵ ਨਾਲ ਸੂਬੇ ਦੀ ਸਿਆਸਤ ਵਿੱਚ ਕਈ ਉਤਾਰ ਚੜਾਅ ਵੇਖਣ ਨੂੰ ਮਿਲ ਸਕਦੇ ਨੇ ਤੇ ਇੱਕ ਦੂਜੇ ਤੋਂ ਜੁਦਾ ਹੋਈਆਂ ਇਹਨਾਂ ਦੋਹੇ ਹੀ ਪਾਰਟੀਆਂ ਨੂੰ ਇਸ ਦਾ ਨੁਕਸਾਨ ਵੀ ਚੁੱਕਣਾ ਪੈ ਸਕਦਾ ਹੈ। ਦੋਹਾਂ ਦਲਾਂ ਦੀ ਨਜ਼ਰ ਗੈਰ ਜਾਟ ਵੋਟਰ ਤੇ ਹੈ।
ਇਸ ਵੋਟ ਬੈਂਕ ਨੂੰ ਰਿਝਾਉਣ ਦੇ ਲਈ ਸਤੰਬਰ 2011 ਦੇ ਵਿੱਚ ਹਿਸਾਰ ਲੋਕ ਸਭਾ ਉਪ ਚੋਣ ਤੋਂ ਪਹਿਲਾਂ ਇਹ ਗੱਠਜੋੜ ਬਣਿਆ। ਇਹ ਰਣਨੀਤੀ ਚੋਣ ਜਿੱਤਣ ਦੇ ਵਿੱਚ ਕਾਰਗਰ ਵੀ ਸਾਬਿਤ ਹੋਈ। ਇਹ ਨਹੀਂ, ਪਾਰਟੀਆਂ ਦੇ ਗੈਰ ਜਾਟ ਵਾਲੀ ਛਵੀ ਨੂੰ ਵੀ ਮਜ਼ਬੂਤੀ ਮਿਲੀ। ਕੁਲਦੀਪ ਬਿਸ਼ਨੋਈ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਬੇਟੇ ਨੇ। ਰਾਜਨੀਤੀ ਵਿਰਾਸਤ ਦੀ ਬਦੌਲਤ ਹੀ ਹਰਿਆਣਾ ਜਨਹਿਤ ਕਾਂਗਰਸ ਦੀ ਗੈਰ ਜਾਟ ਵੋਟਰਾਂ ਵਿੱਚ ਚੰਗੀ ਪੈਠ ਬਣੀ। ਭਾਜਪਾ ਵੀ ਸੂਬੇ ਦੇ ਵਿੱਚ ਐਂਟੀ ਜਾਟ ਵਿਚਾਰਧਾਰਾ ਤੋਂ ਵਾਕਿਫ ਹੈ। ਅਜਿਹੇ ਵਿੱਚ ਇਹ ਗੱਠਜੋੜ ਹਰਿਆਣਾ ਦੇ ਵੱਖੋ-ਵੱਖ ਹਿੱਸਿਆਂ ਵਿੱਚ ਰਹਿ ਰਹੇ ਗੈਰ ਜਾਟ ਵੋਟਰਾਂ ਨੂੰ ਆਪਣੇ ਵੱਲ ਖਿੱਚ ਸਕਦਾ ਸੀ, ਪਰ ਹੁਣ ਇਹ ਗੱਠਜੋੜ ਟੁੱਟ ਚੁੱਕਿਆ ਹੈ ਤੇ ਇਸ ਨਾਲ ਇਸ ਵੋਟ ਬੈਂਕ ਨੂੰ ਵੀ ਢਾਹ ਲੱਗੀ ਹੈ ਤੇ ਮੁਕਾਬਲਾ ਹੁਣ ਸਖਤ ਹੋ ਜਾਏਗਾ ਤੇ ਇਸ ਦਾ ਨੁਕਸਾਨ ਵੱਧ ਭਾਜਪਾ ਦਾ ਹੋ ਸਕਦਾ ਹੈ। ਜਿੱਥੇ ਇਹ ਗੱਠਜੋੜ ਟੁੱਟਿਆ, ਉੱਥੇ ਸੂਬੇ ਦੇ ਲੋਕਾਂ ਨੂੰ ਇੱਕ ਨਵਾਂ ਗੱਠਜੋੜ ਵੀ ਮਿਲਿਆ। ਹਜਕਾ ਨੇ ਵਿਨੋਦ ਸ਼ਰਮਾ ਦੀ ਨਵੀਂ ਪਾਰਟੀ ਹਰਿਆਣਾ ਜਨਹਿਤ ਪਾਰਟੀ ਦੇ ਨਾਲ ਹੱਥ ਮਿਲਾਇਆ ਹੈ। ਰਾਜਨੀਤਿਕ ਮਾਹਿਰ ਕਹਿੰਦੇ ਨੇ ਕਿ ਇਸ ਨਾਲ ਹਜਕਾ ਨੂੰ ਫਾਇਦਾ ਮਿਲਦਾ ਹੈ ਜਾਂ ਨਹੀਂ, ਇਹ ਤਾਂ ਚੋਣ ਨਤੀਜੇ ਦੱਸਣਗੇ, ਪਰ ਇਸ ਨਾਲ ਹਰਿਆਣਾ ਜਨਹਿਤ ਪਾਰਟੀ ਨੂੰ ਜ਼ਰੂਰ ਫਾਇਦਾ ਮਿਲੇਗਾ ਕਿਉਂਕਿ ਇਸ ਨਾਲ ਪਾਰਟੀ ਗੈਰ ਜਾਟ ਵੋਟਾਂ ਤੇ ਆਪਣੀ ਸੇਂਧ ਮਾਰ ਸਕੇਗੀ। ਉਧਰ ਦੂਜੇ ਪਾਸੇ ਹਜਕਾ ਪਾਰਟੀ ਕੈਡਰ ਦਾ ਫਾਇਦਾ ਵੀ ਉਸ ਨੂੰ ਹਾਸਿਲ ਹੋ ਸਕੇਗਾ। ਇਸ ਨਾਲ ਕਾਂਗਰਸ ਤੇ ਇਨੈਲੋ ਨੂੰ ਵੀ ਕੁਝ ਰਾਹਤ ਮਿਲੇਗੀ। ਗੱਠਜੋੜ ਟੁੱਟਣ ਤੋਂ ਬਾਅਦ ਹਰਿਆਣਾ ਦੇ ਸਿਆਸੀ ਸਮੀਕਰਨ ਵੀ ਬਦਲ ਗਏ ਨੇ। ਇਸ ਨਾਲ ਹੁਣ ਹਜਕਾ, ਭਾਜਪਾ ਤੇ ਹਰਿਆਣਾ ਜਨਹਿਤ ਨੂੰ ਕਿੰਨਾ ਨਫਾ ਨੁਕਸਾਨ ਹੋਏਗਾ, ਇਹ ਵੇਖਣ ਵਾਲੀ ਗੱਲ ਰਹੇਗੀ। ਪਰ ਇੱਕ ਗੱਲ ਤਾਂ ਤੈਅ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਹਲਚਲ ਹੋਰ ਵਧੇਗੀ ਤੇ ਚੋਣ ਮੁਕਾਬਲਾ ਹੋਰ ਰੋਚਕ ਹੋ ਜਾਏਗਾ। ਹਰਿਆਣਾ ਵਿੱਚ ਇਸ ਵਾਰ ਵੱਖੋ-ਵੱਖ ਪਾਰਟੀਆਂ ਦੇ ਕੁੱਲ 18 ਉਮੀਦਵਾਰ ਅਜਿਹੇ ਨੇ ਜੋ ਹਰਿਆਣਾ ਦੀ ਮੁੱਖ ਮੰਤਰੀ ਦੀ ਕੁਰਸੀ ਦੇ ਦਾਅਵੇਦਾਰਾਂ ਵਜੋਂ ਚੋਣ ਲੜਨਗੇ। ਗੱਲ ਕਰਦੇ ਹਾਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਭਾਜਪਾ ਦੀ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਉਤਸ਼ਾਹਿਤ ਭਾਜਪਾ ਵਿੱਚ ਇਸ ਵੇਲੇ ਸੀਐਮ ਅਹੁਦੇ ਦੇ ਸਭ ਤੋਂ ਵੱਧ ਦਾਅਵੇਦਾਰ ਨੇ। ਭਾਜਪਾ ਦੇ ਕੁੱਲ 8 ਉਮੀਦਵਾਰ ਸੀਐਮ ਅਹੁਦੇ ਲਈ ਮੈਦਾਨ ਦੇ ਵਿੱਚ ਨੇ ਤੇ ਇਸ ਤੋਂ ਇਲਾਵਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦਾ ਨਾਮ ਵੀ ਸੀਐਮ ਅਹੁਦੇ ਦੇ ਲਈ ਸਾਹਮਣੇ ਆ ਰਿਹਾ ਹੈ। ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਤੋਂ ਇਲਾਵਾ ਜਿਹੜੇ ਲੋਕ ਸੀਐਮ ਅਹੁਦੇ ਦੇ ਲਈ ਦਾਅਵੇਦਾਰ ਨੇ, ਉਹਨਾਂ ਵਿੱਚ ਸ਼ਾਮਿਲ ਨੇ ਭਾਜਪਾ ਦੇ ਕੌਮੀ ਪ੍ਰਧਾਨ ਰਾਮ ਵਿਲਾਸ ਸ਼ਰਮਾ, ਸਾਬਕਾ ਕੌਮੀ ਬੁਲਾਰਾ ਕੈਪਟਨ ਅਭਿਮਨਿਊ, ਵਿਧਾਇਕ ਦਲ ਦੇ ਨੇਤਾ ਅਨਿਲ ਵਿਜ, ਰੱਖਿਆ ਰਾਜ ਮੰਤਰੀ ਰਾਓ ਇੰਦਰਜੀਤ, ਕੇਂਦਰੀ ਸੜਕ ਪਰਿਵਹਨ ਮੰਤਰੀ ਕ੍ਰਿਸ਼ਨਪਾਲ ਗੁੱਜਰ, ਕਿਸਾਨ ਮੋਰਚੇ ਦੇ ਕੌਮੀ ਪ੍ਰਧਾਨ ਓਪੀ ਧਨਖੜ ਤੇ ਅੰਬਾਲਾ ਤੋਂ ਸਾਂਸਦ ਰਤਨ ਲਾਲ ਕਟਾਰੀਆ। ਇਸ ਇਲਾਵਾ ਕਾਂਗਰਸ ਤੋਂ ਭਾਜਪਾ ਵਿੱਚ ਦਾਖਲ ਹੋਏ ਚੌਧਰੀ ਵਰਿੰਦਰ ਸਿੰਘ ਦਾ ਨਾਮ ਵੀ ਸੀਐਮ ਅਹੁਦੇ ਦੇ ਵਿੱਚ ਸ਼ੁਮਾਰ ਹੈ, ਜਦਕਿ ਸੀਐਮ ਅਹੁਦੇ ਦੀ ਦੌੜ ਦੇ ਵਿੱਚ ਕਾਂਗਰਸ ਦੂਜੇ ਨੰਬਰ ਤੇ ਹੈ। ਇਥੋਂ ਮੌਜੂਦਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਇਲਾਵਾ 3 ਹੋਰ ਨੇਤਾ ਮੁੱਖ ਮੰਤਰੀ ਦੇ ਦਾਅਵੇਦਾਰ ਵਜੋਂ ਵੇਖੇ ਜਾ ਰਹੇ ਨੇ। ਇਹਨਾਂ ਦਾਅਵੇਦਾਰਾਂ ਦੇ ਵਿੱਚ ਸਾਬਕਾ ਸਿੰਚਾਈ ਮੰਤਰੀ ਕੈਪਟਨ ਅਜੇ ਯਾਦਵ, ਸੰਸਦੀ ਕਾਰਜ ਮੰਤਰੀ ਰਣਦੀਪ ਸੁਰਜੇਵਾਲਾ ਤੇ ਰਾਜ ਸਭਾ ਸਾਂਸਦ ਕੁਮਾਰੀ ਸੈਲਜਾ ਦਾ ਨਾਮ ਸ਼ੁਮਾਰ ਹੈ। ਉੱਥੇ ਇਨੈਲੋ ਜੋ ਕਿ ਪਿਛਲੇ 10 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ, ਉਹ ਹਾਲ ਦੀਆਂ ਲੋਕ ਸਭਾ ਚੋਣਾਂ ਵਿੱਚ 2 ਸੀਟਾਂ ਹਾਸਲ ਕਰਕੇ ਖੁਦ ਨੂੰ ਵੀ ਵੱਡਾ ਦਾਅਵੇਦਾਰ ਮੰਨ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦੇ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਪਾਰਟੀ ਵਿੱਚ ਜੋਸ਼ੋ ਖਰੋਸ਼ ਦੀ ਕੋਈ ਕਮੀ ਨਹੀਂ ਹੈ। ਪਾਰਟੀ ਪੂਰੇ ਦਮਖਮ ਦੇ ਨਾਲ ਚੋਣ ਮੈਦਾਨ ਦੇ ਵਿੱਚ ਉਤਰੀ ਹੈ ਤੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦੀ ਸਰਪ੍ਰਸਤੀ ਹੇਠਾਂ ਪਾਰਟੀ ਚੋਣ ਜਿੱਤਣ ਦੀ ਕਵਾਇਦ ਵਿੱਚ ਜੁਟੀ ਹੋਈ ਹੈ। ਇਸ ਪਾਰਟੀ ਦੇ ਮੁੱਖ ਮੰਤਰੀ ਦਾਅਵੇਦਾਰਾਂ ਦੇ ਵਿੱਚ ਓਮ ਪ੍ਰਕਾਸ਼ ਚੌਟਾਲਾ ਦਾ ਨਾਮ ਸਭ ਤੋਂ ਅੱਗੇ ਹੈ। ਉੱਥੇ ਹਜਕਾ ਮੁਖੀ ਕੁਲਦੀਪ ਬਿਸ਼ਨੋਈ ਵੀ ਮੁੱਖ ਮੰਤਰੀ ਦਾਅਵੇਦਾਰਾਂ ਦੇ ਵਿੱਚ ਸ਼ੁਮਾਰ ਨੇ। ਹਾਲਾਂਕਿ ਲੋਕ ਸਭਾ ਚੋਣਾਂ ਵਿੱਚ ਹਜਕਾ ਨੂੰ ਕਰਾਰੀ ਹਾਰ ਮਿਲੀ ਸੀ, ਪਰ ਹਰਿਆਣਾ ਜਨਚੇਤਨਾ ਦੇ ਨਾਲ ਗੱਠਜੋੜ ਕਰਕੇ ਹਜਕਾ ਜਨਚੇਤਨਾ ਖੁਦ ਨੂੰ ਮੁੱਖ ਮੰਤਰੀ ਅਹੁਦੇ ਦਾ ਵੱਡਾ ਦਾਅਵੇਦਾਰ ਮੰਨ ਰਹੀ ਹੈ। ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਦੇ ਵਿੱਚ ਸ਼ਾਮਿਲ ਨਾਵਾਂ ਦੇ ਵਿੱਚ ਕੁਝ ਚਿਹਰੇ ਅਜਿਹੇ ਵੀ ਨੇ ਜੋ ਆਪਣੀ ਪਾਰਟੀ ਬਣਾ ਕੇ ਚੋਣ ਦੰਗਲ ਦੇ ਵਿੱਚ ਉਤਰੇ ਹੋਏ ਨੇ। ਇਸ ਵਿੱਚ ਕਾਂਗਰਸ ਦੇ ਬਾਗੀ ਹੋਏ ਗੋਪਾਲ ਕਾਂਡਾ ਤੇ ਵਿਨੋਦ ਸ਼ਰਮਾ 2 ਵੱਡੇ ਚਿਹਰੇ ਨੇ ਜੋ ਕਦੇ ਕਾਂਗਰਸ ਦੇ ਵੱਡੇ ਥੰਮ ਹੋਇਆ ਕਰਦੇ ਸਨ। ਪਰ ਹੁਣ ਵਿਨੋਦ ਸ਼ਰਮਾ ਨੇ ਹਜਕਾ ਦੇ ਨਾਲ ਗੱਠਜੋੜ ਕਰਕੇ ਮੁੱਖ ਮੰਤਰੀ ਦਾ ਅਹੁਦਾ ਹਜਕਾ ਦੇ ਹੱਥ ਕਰ ਦਿੱਤਾ ਹੈ। ਗੋਪਾਲ ਕਾਂਡਾ ਵੀ ਹਰਿਆਣਾ ਦੇ ਵਿੱਚ ਲੋਕ ਹਿੱਤ ਪਾਰਟੀ ਬਣਾ ਕੇ ਮੈਦਾਨ ਵਿੱਚ ਉਤਰੇ ਨੇ। ਹਾਲ ਹੀ ਵਿੱਚ ਬਸਪਾ ਵਿੱਚ ਸ਼ਾਮਿਲ ਹੋਏ ਕਾਂਗਰਸ ਦੇ ਅਰਵਿੰਦ ਸ਼ਰਮਾ ਵੀ ਮੁੱਖ ਮੰਤਰੀ ਬਣਨ ਦਾ ਸੁਪਨਾ ਸੰਜੋਏ ਨੇ। ਹਰਿਆਣਾ ਵਿੱਚ ਸ਼ੁਰੂ ਤੋਂ ਹੀ ਜਾਟ ਤੇ ਗੈਰ ਜਾਟ ਦੀ ਰਾਜਨੀਤੀ ਹੁੰਦੀ ਆ ਰਹੀ ਹੈ। ਇਸ ਵੇਲੇ ਭਾਜਪਾ ਸਮੇਤ ਜ਼ਿਆਦਾਤਰ ਪਾਰਟੀਆਂ ਦੀ ਨਜ਼ਰ ਗੈਰ ਜਾਟ ਵੋਟ ਬੈਂਕ ਤੇ ਹੈ। ਕਾਰਨ ਕੁਝ ਦਿਨ ਪਹਿਲਾਂ ਤੱਕ ਜੋ ਲੋਕ ਮੌਜੂਦਾ ਸਰਕਾਰ ਵਿੱਚ ਸੱਤਾ ਸੁੱਖ ਭੋਗ ਰਹੇ ਸਨ, ਉਹ ਹੁਣ ਐਨ ਮੌਕੇ ਤੇ ਸਰਕਾਰ ਤੋਂ ਬਾਹਰ ਆ ਗਏ ਨੇ ਤੇ ਸੂਬੇ ਦੇ ਹਿੱਤਾਂ ਦੀ ਗੱਲ ਕਰ ਰਹੇ ਨੇ। ਦੱਸ ਦਈਏ ਕਿ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਦੇ ਜੋ ਨਾਂ ਅਸੀਂ ਤੁਹਾਨੂੰ ਦਿਖਾਏ ਨੇ, ਉਹਨਾਂ ਵਿੱਚ ਜ਼ਿਆਦਾਤਰ ਗੈਰ ਜਾਟ ਨੇ। ਸੋ ਹਾਲਾਂਕਿ ਕਾਂਗਰਸ ਵੱਲੋਂ ਆਪਣੀ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਗਈ, ਪਰ ਕਾਂਗਰਸ ਵੱਲੋਂ ਆਪਣੀ ਚੋਣ ਪ੍ਰਚਾਰ ਦਾ ਆਗਾਜ਼ ਸ਼ੁਰੂ ਕਰ ਦਿੱਤਾ ਗਿਆ।
ਹਾਲ ਹੀ ਦੇ ਵਿੱਚ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਕਾਂਗਰਸ ਵੱਲੋਂ 21 ਚੋਣ ਪ੍ਰਚਾਰ ਰਥਾਂ ਨੂੰ ਹਰੀ ਝੰਡੀ ਦਿੱਤੀ ਗਈ, ਜਿਨ੍ਹਾਂ ਰਾਹੀਂ ਆਡੀਓ ਵਿਜ਼ੂਅਲਸ ਮਾਧਿਅਮ ਰਾਹੀਂ ਜਨਤਾ ਸਾਹਮਣੇ ਕਾਂਗਰਸ ਆਪਣੀ ਉਪਲਬਧੀਆਂ ਦਾ ਬਖਾਨ ਕਰੇਗੀ। हरियाणा विच कांग्रेस ने हालांकि अपने उम्मीदवारों की सूची जारी नहीं की है, पर अपने चोन प्रचार का आगाज जरूर कर दिता है। मुख्यमंत्री भूपेंद्र सिंह हुड्डा ने कांग्रेस के प्रचार अभियान की शुरुआत की थी, जिस तहत उन्हें हर जिले के लिए प्रचार रथ नूं झंडी दिखा के रवाना किया। यह प्रचार रथ सरकार की उपलब्धियों नूं घर घर तक पहुंचाएंगे। जब उन्होंने तो यह पूछा गया कि कांग्रेस के टिकट कदों फाइनल होंगे, तो हुड्डा ने कहा कि जदों भी उम्मीदवार फाइनल होंगे, ऐसी जानकारी मीडिया नूं जरूर दी जाएगी। इन्होंने वालों कांग्रेस नूं गुलाबी गैंग कहे जाते हुड्डा ने कहा, गुलाबी गैंग खुशहाली का प्रतीक हुंदा है ते जो लोग गुलाबी गैंग की गल कर रहे हैं, वो सिर्फ लोगों को गुमराह करने का प्रयास कर रहे हैं। मुख्यमंत्री ने कहा कि लोग उन्होंने दिनों भुले नहीं है जब जेलों के फिरौती मंगी जाती सी ते सूबे दे विच अफरा तफरी का माहौल सी। व्यापारी इत्थों पलायन कर रहे सन ते लोग अमन शांति के चाहवान सन। भेजी है ये सरकार की उपलब्धियां, कांग्रेस का संदेश घर घर तक ले जाएंगे, ताकि जो है हर बात जो है वहाँ हर व्यक्ति तक। 21 प्रचार रथ रवाना करने के मौके प्रचार अभियान समिति के प्रधान कैप्टन अजय यादव भी मौजूद सन। उन्होंने कहा कि कांग्रेस वालों हर जिले के लिए एक यानी कुल 21 रथ रवाना किए गए ने। दो हमने इंचार्ज बनाए हैं जो हमारे कैंपेन कमेटी के मेंबर्स थे, और उनको हमने ये अभी जिला वाइज हमने एक गाड़ी दी है, और अभी ये पूरे ज़िले में प्रचार करेगी। और जब अपना कैंडिडेट डिक्लेयर हो जाएंगे तो हर एक कैंडिडेट को एक गाड़ी हम देंगे, ताकि वो अपने उसके हल्के में प्रचार करे। और जो भी खर्चा होगा वो सारे जो भी इंडिविजुअल, जैसे मैं रेवाड़ी में मैं करूँगा सारा खर्चा, निर्मल सिंह जी करेंगे, अपना अम्बाला में करेंगे। इस प्रकार से इसमें हमने ऑडियो भी है, DVD भी है और माइक भी है, सब प्रकार की व्यवस्था है। और इस ये जो है दस दिए कि कांग्रेस वालों विधानसभा चोणों के लिए गठित प्रचार अभियान समिति विच 6 होर सदस्य भी शामिल किए गए हैं, जिन्हां विच साबका मंत्री जसवंत सिंह, हीरालाल चौधरी, सतबीर चुकिया, पंडित हरिओम कौशिक ते राम प्रताप शर्मा शामिल ने। नलवा के विधायक प्रोफेसर संपत सिंह नूं समिति का खास मेंबर चुनिया गया। तमाम जो शहर है वहाँ पर जाकर के और बेहतर तरीके से पार्टी का प्रचार प्रसार करें, और निश्चित तौर पर जो हमने पिछले लगातार 3.5 महीने के अंदर जिस तरीके से हमारे कार्यकर्ताओं ने, हमारे नेताओं ने प्रदेश की जनता के सहयोग, समर्थन और आशीर्वाद से एक जो माहौल बनाया है, उससे निश्चित तौर पर इसमें इजाफा होगा। ਇਹ रथ छोटे हाथी के रूप में मशहूर छोटे आकार की गड्डियां नूं पार्टी के बैनर ते नेतावां के चित्रों के नाल सजाया गया। ਇਹ रथ सारे पिंडां दे विच जाके लोकां नूं पार्टी दी नीतियां दे बारे दस्सणगे। हरियाणा कांग्रेस प्रधान तंवर ने कहा कि कांग्रेस पार्टी ने चोन प्रचार का आगाज कर दिता है ते गड्डियां हर जिले दे विच पिंड विच छोटे शहरां विच जाके पार्टी का चोन प्रचार करनगे ते लोकां नूं पार्टी वालों कीते गए कामां दी जानकारी भी दित्ती जाएगी। इस रथ दे विच सारी सुविधावां भी लैस कीतियां गईयां ने। रथ दे विच जिथे वड्डी वीडियो स्क्रीन लगाई गई है, उत्थे इस विच माइक की सुविधा भी रखी है। इन्हां रथां राहीं लाइव भाषण भी लोग देख सकते हैं। हरियाणा विधानसभा चुनावों में अब कोई बहुत ज़्यादा समय बाकी नहीं रह गया है, और इस समय प्रचार जो है वो लगातार तेज़ी पकड़ रहा है। लगभग सभी राजनीतिक दल जो है वो प्रचार के लिए मैदान में उतर चुके हैं। जहाँ तक कांग्रेस का सवाल है, कांग्रेस में इस बार प्रचार को सुचारू रूप से और प्रभावशाली ढंग से चलाने के लिए जो जिम्मेवारी है वो सौंपी गई है प्रदेश के सिंचाई मंत्री और बहुत ही वरिष्ठ कांग्रेस नेता कैप्टन अजय यादव को। कैप्टन यादव को प्रदेश की जो चुनाव प्रचार समिति है उसका अध्यक्ष बनाया गया है। इस समय कैप्टन अजय यादव हमारे साथ हैं। चुनाव प्रचार समिति के आप अध्यक्ष हैं, तो क्या भूमिका क्या रहने वाली है चुनाव? देखिए, ऐसा है कि जो हमारी प्रचार जो समिति का अध्यक्ष बनाया है, हमारा उद्देश्य ये होगा कि थोड़ा जो हमारी जो मीडिया मैनेजमेंट है वो अच्छी रहे, और हमारा जो प्रचार है उसके लिए आज हमने जो वैन हैं वो आज हमने 21 वैन, हर ज़िले में एक वैन हमने भेजी है, जिसमें DVD और आपका माइक भी है, और वीडियो वगैरह भी है, और ऑडियो वीडियो भी है। तो उसके द्वारा जो है प्रचार प्रसार ठीक ढंग से हो सकेगा। और अभी जो है जो पब्लिकेशन वगैरह जो हमारे मैनिफेस्टो है उसकी कॉपी भी उसमें रहेगी इसके अंदर।
वैन तो निश्चित तौर पे एक वैन अगर एक इलाके के लिए काफ़ी कम रहेगी, और आजकल का ज़माना तो अब सोशल मीडिया का ज़माना है, इंटरनेट का ज़माना है, तो उसका आप कोई मीडिया को भी हम इस्तेमाल कर रहे हैं बाकायदा। हमारे आशीष दुआ हैं, वो उनको ड्यूटी दी गई है, और एक और मिस्टर विशेष हैं, उसके ऊपर जो है अपने नवीन जिंदल जी जो है कार्य कर रहे हैं उसके ऊपर। सोशल मीडिया को भी हम टैप करेंगे, ट्विटर को भी हम टैप करेंगे। जो भी अब कोई इस प्रकार की बातें आती हैं तो उसका जवाब देंगे हम लोग। कि मुख्यमंत्री के साथ आपके जो रिश्ते वो रहे हैं वो काफ़ी खट्टे मीठे रिश्ते रहे हैं, बीच बीच में जैसे आप पीछे काफ़ी नाराज़ हो गए, आपने इस्तीफ़ा तक दे दिया, हालांकि आपको मना लिया गया। तो आपको क्या लगता है कि जो हालात मुख्यमंत्री का कार्यकाल किस तरह का रहा है? क्या वो वाकई जो जैसा कि आपने भी कहा कि जो असमान विकास रहा है, तो आपको लगता है कि इस तरह की स्थिति रही है? समान विकास तो हुआ है, कुछ जॉब्स में डिस्क्रिमिनेशन हुआ था, और इसके बारे में मैं अपना स्टैंड आज भी मैं रखता हूँ मैं, और इस बारे में मैंने अपनी बात हाई कमांड के पास भी रखी थी। आपको नहीं लगता कि मुख्यमंत्री पद के आप भी एक बड़े दावेदार हो सकते हैं? ऐसा है, मैंने जैसे बोला है, हाई कमांड जो भी हमें जिम्मेवारी देगी उसको निभाऊंगा। ਸੋ ਹਰਿਆਣਾ ਦੇ ਵਿੱਚ ਜਦ ਚੋਣਾਂ ਹੁੰਦੀਆਂ ਹਨ, ਚਾਹੇ ਉਹ ਵਿਧਾਨ ਸਭਾ ਚੋਣਾਂ ਹੋਣ ਜਾਂ ਫਿਰ ਲੋਕ ਸਭਾ ਚੋਣਾਂ, ਪਾਰਟੀਆਂ ਦਾ ਵੱਡੇ ਪੱਧਰ ਤੇ ਟੁੱਟਣਾ ਤੇ ਉਹਨਾਂ ਦਾ ਗੱਠਜੋੜ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਇਸ ਵਾਰ ਵੀ ਸੂਬੇ ਦੀ ਜਨਤਾ ਨੂੰ ਕੁਝ ਇਸ ਤਰ੍ਹਾਂ ਦਾ ਹੀ ਵੇਖਣ ਨੂੰ ਮਿਲੇਗਾ। ਹਰਿਆਣਾ ਵਿੱਚ ਸ਼ੁਰੂ ਤੋਂ ਹੀ ਦਲ ਬਦਲੂ ਸਰਕਾਰਾਂ ਨੇ ਕੀਤਾ ਹੈ ਰਾਜ। ਸੂਬੇ ਦੇ ਵਿੱਚ ਭਾਜਪਾ, ਇਨੈਲੋ, ਕਾਂਗਰਸ, ਹਜਕਾ, ਜਨਚੇਤਨਾ, ਹਲੋਪਾ, ਬਸਪਾ ਪਾਰਟੀ ਹੈ ਯੁੱਧ ਦੇ ਮੈਦਾਨ ਦੇ ਵਿੱਚ। पर कौन करेगा सूबे की राजधानी चंडीगढ़ से कब्जा, इस बारे फिलहाल कुछ पता नहीं। इनेलो तो भाजपा ने अपनी पहली लिस्ट जारी कर दी है, जबकि कांग्रेस पार्टी ने हाले अपने पत्ते नहीं खोले ने। धर्मनगरी कुरुक्षेत्र की गल करिए तो इत्थे राजनीति में रुचि रखने वाले नेता कपड़े की तरह पार्टी बदल रहे हैं। कुरुक्षेत्र के कई फेमस नेता कांग्रेस पार्टी ने छड़ के भाजपा नूं ज्वाइन कर चुके हैं। दल बदल तो जिस भी पार्टी को छोड़ के आता नेता और जिस पार्टी में जाता है, ये मान के चलिए कि या तो उस पार्टी के पास नेताओं की कमी होती है तब शामिल करते हैं, या फिर उस पार्टी का प्रदेश में जनाधार नहीं होता तब वो दूसरे अपने या किराए के कह दीजिए या वो दल बदले लोगों को उसमें जगह देते हैं। बिल्कुल ये ठीक बात है कि जब भी गठबंधन होता है तो फायदा तो विपक्ष को मिलता है। विपक्ष का कहने का मेरा मतलब यह है कि कांग्रेस के एंटी फोर्सेस जब भी एकत्रित होती हैं गठबंधन करके तो निश्चित रूप से फायदा में होता है, और विपक्ष और गठबंधन की सरकार आने के चांसेस बनते हैं। राजनीतिक माहिर मानते ने कि गठबंधन की राजनीति शुरू तो ही हरियाणा दे विच रची बसी हुई है। सब तो पहला सन 1977 दे विच जनता पार्टी की सरकार बनी, फिर 1980 दे विच साबका मुख्यमंत्री भजन लाल भाजपा की मदद दे नाल मुख्यमंत्री बने। उन्हां ही आयाराम ग्याराम की राजनीति की शुरुआत की थी। उस वेले 40 विधायकों का सामूहिक दल बदल होया। उस तो बाद 1982 विच भी भजन लाल ने जोड़ तोड़ की राजनीति की थी, पर उन्हां तो बाद विच ताऊ देवी लाल ते भाजपा ने गठबंधन की सरकारां बनाईयां। कुल मिला के जदों भाजपा ने होर दलों दे नाल समझौता कीता, सरकारां बनीयां। हरियाणा प्रदेश जहाँ चौधरी देवीलाल के नाम से इस बात के लिए जाना जाता है कि चौधरी देवीलाल हरियाणा की धरती में पैदा हुए और उन्होंने देश के कमेरे वर्ग के लिए आवाज़ उठाई और देश के ऊपर प्रधानमंत्री तक पहुंचे। वहीं हरियाणा के ऊपर एक ऐसा कलंक भी है कि हरियाणा प्रदेश से दल बदल की राजनीति शुरू हुई और आयाराम गयाराम के नाम से हरियाणा प्रदेश पूरे देश के अंदर मशहूर हुआ। और फिर से इस सरकार ने भी, जबकि ये सरकार अल्पमत में बनी, लोगों ने जो जन समर्थक था वो कांग्रेस के खिलाफ दिया, इनके केवल 40 MLA जीत के आए, परंतु इन्होंने फिर वही खरीदो फरोख्त को बढ़ावा करके जहां इंडिपेंडेंट MLA को साथ लगाया, वहां हजका के 5 MLA गैर तरीके से इन्होंने अपने साथ लगाए, और दोबारा से उसी बात को आज के मुख्यमंत्री ने साबित कर दिया कि हरियाणा प्रदेश में फिर वही आयाराम गयाराम का राज चल रहा है। ਹੁਣ ਦਲ ਬਦਲੂ ਨੇਤਾ ਚੰਡੀਗੜ੍ਹ ਪਹੁੰਚਦੇ ਨੇ ਜਾਂ ਨਹੀਂ, ਇਹ ਫਿਲਹਾਲ ਸਾਫ਼ ਨਹੀਂ। ਪਰ ਲੋਕ ਸਭਾ ਚੋਣਾਂ 2014 ਦੇ ਵਿੱਚ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਚੱਲਿਆ, ਹੁਣ ਅਜਿਹਾ ਜਾਦੂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਚੱਲਦਾ ਹੈ ਜਾਂ ਨਹੀਂ, ਇਹ ਫਿਲਹਾਲ ਕਿਹਾ ਨਹੀਂ ਜਾ ਸਕਦਾ। ਪਰ ਭਾਜਪਾ ਦੇ ਨੇਤਾ ਜ਼ਰੂਰ ਇਹ ਕਹਿ ਰਹੇ ਨੇ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਨਰਿੰਦਰ ਮੋਦੀ ਦਾ ਜਾਦੂ ਸਿਰ ਚੜ੍ਹ ਕੇ ਬੋਲੇਗਾ।
ਬਹਰਹਾਲ ਇਸ ਵਾਰ ਦੇ ਵਿਧਾਨ ਸਭਾ ਚੋਣਾਂ ਕੁਝ ਖਾਸ ਰਹਿਣਗੀਆਂ, ਜਿੱਥੇ ਇੱਕ ਪਾਸੇ ਇਸ ਵਾਰ ਵੱਡੇ ਛੋਟੇ ਗੱਠਜੋੜਾਂ ਦੀ ਹੋਂਦ ਦਾ ਪਤਾ ਚੱਲ ਜਾਏਗਾ ਤੇ ਦੂਜੇ ਪਾਸੇ ਇਕੱਲੇ ਤੌਰ ਤੇ ਪਹਿਲੀ ਵਾਰ ਭਾਜਪਾ ਦਾ ਮੈਦਾਨ ਦੇ ਵਿੱਚ ਉਤਰਨ ਦਾ ਆਧਾਰ ਵੀ ਸਾਫ਼ ਹੋ ਜਾਏਗਾ। ਇਸ ਵਾਰ ਕਾਂਗਰਸ ਕਿੰਨਾ ਜਨਤਾ ਨੂੰ ਪਰਮਾ ਪਾਏਗੀ ਜਾਂ ਫਿਰ ਨਹੀਂ ਤੇ ਕਿਸ ਦੀ ਬਣਦੀ ਹੈ ਸਰਕਾਰ, ਇਹ ਸਭ ਕੁਝ ਸਾਫ਼ ਹੋ ਜਾਏਗਾ ਅਗਲੇ ਮਹੀਨੇ ਤੱਕ। ਫਿਲਹਾਲ ਇਸ ਖਾਸ ਪੇਸ਼ਕਸ਼ ਵਿੱਚ ਇੰਨਾ ਹੀ। ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।